कैप्टन अमरिंदर सिंह होरां ने जहाज़ ते झूटे लै लए पर उन्हां दे पैसे नहीं दिते। ਨਹੀਂ ਤੇ ਜਿਹੜੇ ਜਨਰਲ ਇਲੈਕਸ਼ਨ ਹੋਏ ਨੇ ਉਹਦੇ ਵਾਸਤੇ ਕੈਪਟਨ ਸਾਹਿਬ ਦੇ ਆਫਿਸ ਤੋਂ ਉਦੋਂ ਦੇ ਇਹਨਾਂ ਦੇ ਐਵੀਏਸ਼ਨ ਐਡਵਾਈਜ਼ਰ ਸੀ ਕਰਨਲ ਮਹਿਲ ਆਰਪੀਐਸ ਮਹਿਲ, ਜਿਹੜਾ ਮੇਰਾ ਫੌਜ 'ਚ ਸੀਨੀਅਰ ਸੀ। ਉਹਨੇ ਮੈਨੂੰ ਕੰਟੈਕਟ ਕੀਤਾ ਕਿ ਵੀ ਸਾਨੂੰ ਇੱਕ ਜਹਾਜ਼ ਚਾਹੀਦਾ ਕੈਪਟਨ ਸਾਹਿਬ ਵਾਸਤੇ ਕੈਂਪੇਨਿੰਗ ਵਾਸਤੇ। ਇਹਨਾਂ ਨੂੰ ਜਹਾਜ਼ ਮਿਲ ਨਹੀਂ ਰਹੇ, ਸਾਰੇ ਜਹਾਜ਼ ਬੀਜੇਪੀ ਕੋਲ ਸੀਗੇ ਤੇ ਉਦੋਂ ਮੇਰੇ 2 ਜਹਾਜ਼ ਸੀ ਤੇਲੰਗਾਨਾ। ਮੈਂ ਕਿਹਾ ਇਫ ਆਈ ਪੁੱਲ ਆਊਟ ਤੇ ਮੈਨੂੰ ਉਹਦਾ ਹਰਜਾਨਾ ਦੇਣਾ ਪੈਣਾ। ਇਹਨਾਂ ਨੇ ਉੱਥੇ ਸਾਰੀ ਗੱਲਾਂ ਮੇਰੇ ਤੋਂ ਕੀਤੀਆਂ ਕਿ ਵੀ ਇਹ ਸਾਰਾ ਖਰਚਾ ਰਜਿੰਦਰ ਗੁਪਤਾ ਦੇਗਾ, ਟਰਾਈਡੈਂਟ ਗਰੁੱਪ ਚੱਕੇਗਾ ਕੈਪਟਨ ਦੀ ਜਿਹੜਾ ਵੀ ਖਰਚਾ ਹੋਏਗਾ ਹੈਲੀਕਾਪਟਰ ਦੇ ਲੀਜ਼ ਦਾ। ਤੇ ਮੈਨੂੰ ਇਹਨਾਂ ਨੇ ਕਿਹਾ ਕਿ ਵੀ ਤੁਸੀਂ 23 ਅਪ੍ਰੈਲ ਨੂੰ ਇਹ ਜਿਹੜਾ ਜਹਾਜ਼ ਮੰਗਾ ਲਓ। 23 ਅਪ੍ਰੈਲ ਨੂੰ ਜਹਾਜ਼ ਵੀ ਆ ਗਿਆ। ਅਸੀਂ ਇੱਕ ਐਗਰੀਮੈਂਟ ਵੀ ਫਾਰਮੂਲੇਟ ਕੀਤਾ ਜਿਹੜਾ ਮੈਂ ਮਹਿਲ ਨੂੰ ਦਿੱਤਾ ਤੇ ਰਜਿੰਦਰ ਗੁਪਤਾ ਦੇ ਬੰਦੇ ਨੂੰ ਦਿੱਤਾ। ਤੇ 24 ਨੂੰ ਮੇਰੇ ਮਦਰ ਦੀ ਡੈਥ ਹੋ ਗਈ ਸੀ ਜੀ। ਮੈਨੂੰ ਆਸਟ੍ਰੇਲੀਆ ਜਾਣਾ ਪੈ ਗਿਆ। ਮੈਂ ਸਾਰੇ ਕਾਗਜ਼ ਫੜਾ ਕੇ ਜਿੱਦਾਂ ਹੁੰਦਾ ਗੁੱਡ ਫੇਥ ਆਈ ਗੇਵ ਇਟ ਟੂ ਕਰਨਲ ਮਹਿਲ। ਪਿੱਛੇ ਪੂਰੀ ਫਲਾਈਂਗ ਹੁੰਦੀ ਰਹੀ। ਜਦ ਮੈਂ 22 ਦਿਨਾਂ ਬਾਅਦ ਵਾਪਸ ਆਇਆ ਤੇ ਫਲਾਈਂਗ ਆਲਮੋਸਟ ਹੋ ਚੁੱਕੀ ਸੀ। ਇਹਨਾਂ ਨੇ ਜਿਹੜਾ ਮੇਰਾ ਬਕਾਇਆ ਪੈਸਾ ਜਦ ਮੈਂ ਮੰਗਣ ਗਿਆ ਤੇ ਇਹਨਾਂ ਨੇ ਮੈਨੂੰ ਸੀਐਮ ਹਾਊਸ ਵੜਨ ਤੋਂ ਮਨਾ ਕਰਤਾ। ਖੁੱਬੀ ਰਾਮ ਨੂੰ ਬੜੀਆਂ ਸਲਿੱਪਾਂ ਪਾਈਆਂ ਮੈਂ ਤੇ ਮੈਂ ਕੈਪਟਨ ਸਾਹਿਬ ਨੂੰ ਮੇਲ ਲਿਖੀਆਂ, ਰਜਿੰਦਰ ਗੁਪਤਾ ਨੂੰ ਮੇਲ ਲਿਖੀ। ਜਦ ਮੈਂ ਇਹਨਾਂ ਨੂੰ ਮੇਲ ਲਿਖੀ ਤੇ ਇਹਨਾਂ ਨੇ ਮੇਰੇ ਉੱਪਰ ਝੂਠੇ ਕੇਸ ਕਰਤੇ। ਰਜਿੰਦਰ ਗੁਪਤਾ ਨੇ ਟਰਾਈਡੈਂਟ ਗਰੁੱਪ ਦਾ ਜਿਹੜਾ ਹੈ, ਇਹਨੇ ਕਿਹਾ ਜੀ ਅਸੀਂ ਤਾਂ ਤੇਰੇ ਤੋਂ ਪੈਸੇ ਲੈਣੇ ਆ, ਅਸੀਂ ਤੈਨੂੰ ਦੇਣੇ ਨਹੀਂ। ਉੱਪਰੋਂ ਧਮਕੀਆਂ ਜਾਨ ਤੋਂ ਮਾਰਨ ਦੀਆਂ ਦੇ ਰਹੇ ਆ। ਉੱਪਰੋਂ ਇਹ ਮੇਰੇ ਤੇ ਝੂਠੇ ਕੇਸ ਰਜਿੰਦਰ ਗੁਪਤਾ ਨੇ 2 ਕੀਤੇ। ਇੱਕ ਲੁਧਿਆਣੇ ਕੀਤਾ ਫਾਈਲ ਜਿਹੜਾ ਕਿ ਡਿਸਮਿਸ ਹੋ ਗਿਆ, ਇੱਕ ਇਹਨੇ ਹੋਰ ਬਰਨਾਲੇ ਕੀਤਾ ਹੋਇਆ। ਕਾਫੀ ਲੰਬਾ ਸਮਾਂ 2019 ਤਾਂ 20 ਦੇ ਵਿੱਚ ਤੁਸੀਂ ਇਹ ਕੇਸ ਰਜਿਸਟਰਡ ਕਰਾਇਆ ਜਿਹੜਾ ਚੰਡੀਗੜ੍ਹ ਦੇ ਵਿੱਚ ਸੀਗਾ। ਇੰਨਾ ਲੰਮਾ ਸਮਾਂ ਫਿਰ ਤੁਸੀਂ ਸਾਹਮਣੇ ਕਿਉਂ ਨਹੀਂ ਆਏ, ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਏ ਕਿ ਗੱਲਬਾਤ ਰੱਖੀ ਜਾਵੇ? ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਹੁਣ ਹੀ ਸਾਹਮਣੇ ਕਿਉਂ ਆਏ? ਆਈ ਵੈਂਟ ਟੂ ਐਵਰੀ ਕਾਰਨਰ। ਮੈਂ ਇਹਨਾਂ ਨੂੰ ਮਿਲਣ ਬੜੀ ਵਾਰੀ ਗਿਆ ਤੇ ਸੀਐਮ ਹਾਊਸ, ਇਹ ਮੈਨੂੰ ਨਹੀਂ ਮਿਲੇ। ਫਿਰ ਮੈਂ ਕਿਹਾ ਜਦ ਕੋਈ ਚਾਰੇ ਨਹੀਂ ਰਹਿ ਗਿਆ ਆਈ ਹੈਡ ਟੂ ਗੋ। ਫਿਰ ਕਾਂਗਰਸ ਪਾਰਟੀ ਲਈ ਪ੍ਰਚਾਰ ਕੀਤਾ। ਕਾਂਗਰਸ ਪਾਰਟੀ ਨੇ ਵੀ ਪੈਸੇ ਦੇਣੇ ਬਣਦੇ ਆ, ਜਾਂ ਕੈਪਟਨ ਸਾਹਿਬ ਤੋਂ ਲੈ ਕੇ ਦਿਓ, ਜਾਂ ਪਾਰਟੀ ਲੈ ਕੇ ਜਾਓ, ਜਾਂ ਰਜਿੰਦਰ ਗੁਪਤਾ ਕੋਲ ਲੈ ਕੇ ਜਾਓ। ਹੁਣ ਬੀਜੇਪੀ ਚਲੇ ਗਏ। ਹੈ ਤਾਂ ਪਬਲਿਕ ਦੇ ਨੇਤਾ ਉਹ ਕੈਪਟਨ ਅਮਰਿੰਦਰ ਸਿੰਘ, ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਰੀ ਕੀਤੀ ਸੀ। ਹੁਣ ਬੀਜੇਪੀ 'ਚ ਹੈ, ਬੀਜੇਪੀ ਦੀ ਵੀ ਬਦਨਾਮੀ ਹੋ ਰਹੀ ਹੈ। ਇਹਨਾਂ ਨੂੰ ਪੈਸੇ ਦਿਓ, ਇਹ ਕੋਈ ਭੀਖ ਥੋੜ੍ਹੀ ਮੰਗ ਰਹੇ ਆ। ਜੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ 10-10 ਰੁਪਏ ਮੰਗਣ ਲੱਗ ਪਏ ਨਾ ਤੁਹਾਡੇ ਵੋਟਾਂ ਦੇ ਵਿੱਚ, ਅਸੀਂ ਪੈਸੇ ਇਹਨਾਂ ਦੇ ਪੂਰੇ ਕਰਕੇ ਤਾਂ ਵੀ ਦੇਵਾਂਗੇ। ਇੱਕ ਕਾਲ ਕਰੀ ਜੇ ਲੋੜ ਪਈ 5,000 ਜਿੰਨਾ ਆਪਾਂ ਇਕੱਠਾ ਕਰ ਲਾਂਗੇ। 5 ਲੱਖ ਦਾ ਪੰਜਾਬ ਦੇ ਵਿੱਚ ਫੌਜੀਆਂ ਦੀ ਤਾਂ 1 ਕਾਲ। ਜੇ ਅੱਜ ਦੇ ਸਭ ਮੁਲਕ ਬਚਿਆ ਹੈ ਨਾ, ਕਿਹਦੇ ਸਿਰ ਤੇ ਬਚਿਆ? ਫੌਜੀਆਂ ਦੇ ਕਿ 1 ਆਰਡਰ ਐਵਰੀਬਾਡੀ ਔਨ ਦਾ ਕਿੰਨੇ ਦਾ ਫਾਲ ਇੰਡੀਆ। ਅਰੇ ਬੜੀ ਸਿੰਪਲ ਥਿੰਗ। ਵਾਟ ਇਜ਼ ਦਾ ਅਮਾਊਂਟ? 3 ਕਰੋੜ। ਤੁਸੀਂ ਕਿੰਨੀਆਂ ਆਯਾਸ਼ੀਆਂ ਕਰਦੇ ਰਹੇ ਹੋ। ਜੇ ਮੈਂ ਫਿਲਮੀ ਡਾਇਲੌਗ ਮਾਰਾ ਤੇਰੇ ਤੇ ਕੀਤਾ ਭਰੋਸਾ, ਤੂੰ ਲਾਇਆ ਰੂਸਾ, ਤੇ ਵਾਟ ਵਰ ਯੂ ਡੂਇੰਗ ਓਵਰ ਦੇਅਰ? ਐਂਡ ਚਲੋ ਜੇ ਤੁਸੀਂ ਕਹਿੰਦੇ ਮੈਂ ਡਾਇਰੈਕਟਲੀ ਇਨਵੋਲਵ ਨਾ, ਬਈ ਤੇਰੀ ਇੱਜ਼ਤ ਇਨਵੋਲਵਡ ਹੈ। ਦੁਨੀਆ 'ਚ 2-4 ਚੀਜ਼ਾਂ ਨੇ ਇੱਕ ਵਾਰੀ ਚਲੇ ਜਾਣ ਵਾਪਸ ਨਹੀਂ ਆਉਂਦੀਆਂ। ਇੱਜ਼ਤ ਸਭ ਤੋਂ ਉੱਤੇ ਵੇ। 2019 ਦੇ ਵਿੱਚ ਇਲੈਕਸ਼ਨਾਂ ਦੇ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਹਾਜ਼ ਤੇ ਝੂਟੇ ਲੈ ਲਏ ਪਰ ਉਹਨਾਂ ਦੇ ਪੈਸੇ ਨਹੀਂ ਦਿੱਤੇ। ਮੈਂ ਗੱਲ ਕਰ ਰਿਹਾ ਕਰਨਲ ਅਨਿਲ ਰਾਜ ਦੀ, ਜਿਨ੍ਹਾਂ ਦਾ ਜਹਾਜ਼ ਸੀਗਾ, ਹੈਲੀਕਾਪਟਰ ਸੀਗਾ, ਤਾਂ ਉਹਨਾਂ ਨੂੰ ਜਿਹੜੇ ਪੈਸੇ ਸੀਗੇ ਨਹੀਂ ਦਿੱਤੇ। ਉਹਨਾਂ ਨੇ ਵੀ ਗਾਂ ਕਿਸੇ ਕੰਪਨੀ ਤੋਂ ਲੀਜ਼ ਤੇ ਲੈਤਾ ਸੀਗਾ, ਪਰ ਇਹ ਹੁਣ ਦਰ ਦੇ ਠੋਕਰਾਂ ਖਾ ਰਹੇ ਨੇ, ਕੋਰਟ ਦੇ ਵਿੱਚ ਵੀ ਖੜੇ ਹੋਏ ਨੇ। ਤਾਂ ਲਗਾਤਾਰ ਸਵਾਲ ਉੱਠ ਰਹੇ ਨੇ ਕਿਉਂਕਿ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ 50 ਲੱਖ ਵਸੂਲਾਂਗੇ, ਤਾਂ ਹੁਣ 3 ਕਰੋੜ ਦੀ ਗੱਲ ਆ ਗਈ ਹੈ। ਤਾਂ ਇੱਥੇ ਜਿਹੜੇ ਕਰਨਲ ਨੇ ਪਹੁੰਚ ਗਏ ਨੇ, ਸਤਨਾਮ ਦਾਊ ਨੇ, ਤਾਂ ਇਹਨਾਂ ਦੇ ਸਹਿਯੋਗੀ ਵੀ ਨੇ ਨਾਲ। ਅਸੀਂ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਇਹ ਮਸਲਾ ਕਿਸ ਤਰੀਕੇ ਦੇ ਨਾਲ ਬਣਿਆ, ਇਹ 3 ਕਰੋੜ ਦੀ ਗੱਲ ਕਿਵੇਂ ਆ, ਕਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 3 ਕਰੋੜ ਰੁਪਈਆ ਦਿੱਤਾ ਨਹੀਂ, ਇਹ ਗੁਪਤਾ ਕੌਣ ਨੇ, ਖਾਸ ਤੌਰ ਤੇ ਅਸੀਂ ਰਾਜੀ ਤੋਂ ਸਮਝਾਂਗੇ। ਰਾਜੀ, ਕੀ ਅਸਲ ਦੇ ਵਿੱਚ ਸਾਰਾ ਮਾਮਲਾ ਹੈ? ਕਹਿੰਦੇ ਕਾਫੀ ਕਰੋੜਾਂ ਰੁਪਏ ਤੁਹਾਡਾ ਬਾਕੀ ਪਿਆ ਹੋਇਆ, ਲੀਜ਼ ਤੇ ਤੁਸੀਂ ਹੈਲੀਕਾਪਟਰ ਲੈਤਾ ਹੋਇਆ ਸੀਗਾ, ਤੁਸੀਂ ਵੀ ਅੱਗੇ ਕੈਪਟਨ ਸਾਹਿਬ ਨੂੰ ਦਿੱਤਾ ਸੀ। ਕੀ ਮਸਲਾ ਹੈ ਸਾਰਾ? ਇਹ ਮਸਲਾ ਹੈ ਜੀ 2019 ਦੇ ਜਿਹੜੇ ਜਨਰਲ ਇਲੈਕਸ਼ਨ ਹੋਏ ਨੇ ਉਹਦੇ ਵਾਸਤੇ ਕੈਪਟਨ ਸਾਹਿਬ ਦੇ ਆਫਿਸ ਤੋਂ ਉਦੋਂ ਦੇ ਇਹਨਾਂ ਦੇ ਐਵੀਏਸ਼ਨ ਐਡਵਾਈਜ਼ਰ ਸੀ ਕਰਨਲ ਮਹਿਲ ਆਰਪੀਐਸ ਮਹਿਲ, ਜਿਹੜਾ ਮੇਰਾ ਫੌਜ 'ਚ ਸੀਨੀਅਰ ਸੀ। ਉਹਨੇ ਮੈਨੂੰ ਕੰਟੈਕਟ ਕੀਤਾ ਕਿ ਵੀ ਸਾਨੂੰ ਇੱਕ ਜਹਾਜ਼ ਚਾਹੀਦਾ ਕੈਪਟਨ ਸਾਹਿਬ ਵਾਸਤੇ ਕੈਂਪੇਨਿੰਗ ਵਾਸਤੇ। ਇਹਨਾਂ ਨੂੰ ਜਹਾਜ਼ ਮਿਲ ਨਹੀਂ ਰਹੇ, ਸਾਰੇ ਜਹਾਜ਼ ਬੀਜੇਪੀ ਕੋਲ ਸੀਗੇ ਤੇ ਉਦੋਂ ਮੇਰੇ 2 ਜਹਾਜ਼ ਸੀ ਤੇਲੰਗਾਨਾ। ਮੈਂ ਕਿਹਾ ਇਫ ਆਈ ਪੁੱਲ ਆਊਟ ਤੇ ਮੈਨੂੰ ਉਹਦਾ ਹਰਜਾਨਾ ਦੇਣਾ ਪੈਣਾ। ਇਹਨਾਂ ਨੇ ਮੈਨੂੰ ਕਿਹਾ ਤੁਸੀਂ 9 ਸੈਕਟਰ ਆ ਜਾਓ। ਰਜਿੰਦਰ ਗੁਪਤਾ ਜਿਹੜਾ ਟਰਾਈਡੈਂਟ ਦਾ ਮਾਲਿਕ ਹੈ, ਉਹਦੇ ਘਰ ਇਹਨਾਂ ਨੇ ਮੈਨੂੰ ਬੁਲਾਇਆ। ਉੱਥੇ ਰਜਿੰਦਰ ਗੁਪਤਾ ਸੀ, ਪਰਤਿੰਦਰ ਸਿੰਘ ਚਹਿਲ ਸੀ, ਆਪਣਾ ਦੀਪਕ ਨੰਦਾ ਸੀ ਇਹਨਾਂ ਦਾ ਟਰਾਈਡੈਂਟ ਦਾ ਇੱਕ ਬੰਦਾ, ਕਰਨਲ ਮਹਿਲ, ਤੇ ਮੈਂ ਵੀ ਵਦੇਰ। ਇਹਨਾਂ ਨੇ ਉੱਥੇ ਸਾਰੀ ਗੱਲਾਂ ਮੇਰੇ ਤੋਂ ਕੀਤੀਆਂ ਕਿ ਵੀ ਇਹ ਸਾਰਾ ਖਰਚਾ ਰਜਿੰਦਰ ਗੁਪਤਾ ਦੇਗਾ, ਟਰਾਈਡੈਂਟ ਗਰੁੱਪ ਚੱਕੇਗਾ ਕੈਪਟਨ ਦੀ ਜਿਹੜਾ ਵੀ ਖਰਚਾ ਹੋਏਗਾ ਹੈਲੀਕਾਪਟਰ ਦੇ ਲੀਜ਼ ਦਾ। ਤੇ ਮੈਨੂੰ ਇਹਨਾਂ ਨੇ ਕਿਹਾ ਕਿ ਵੀ ਤੁਸੀਂ 23 ਅਪ੍ਰੈਲ ਨੂੰ ਇਹ ਜਿਹੜਾ ਜਹਾਜ਼ ਮੰਗਾ ਲਓ ਕੈਂਪੇਨਿੰਗ ਵਾਸਤੇ। 23 ਅਪ੍ਰੈਲ ਨੂੰ ਜਹਾਜ਼ ਵੀ ਆ ਗਿਆ। ਅਸੀਂ ਇੱਕ ਐਗਰੀਮੈਂਟ ਵੀ ਫਾਰਮੂਲੇਟ ਕੀਤਾ ਜਿਹੜਾ ਮੈਂ ਮਹਿਲ ਨੂੰ ਦਿੱਤਾ ਤੇ ਰਜਿੰਦਰ ਗੁਪਤਾ ਦੇ ਬੰਦੇ ਨੂੰ ਦਿੱਤਾ।
ਤੇ 24 ਨੂੰ ਮੇਰੇ ਮਦਰ ਦੀ ਡੈਥ ਹੋ ਗਈ ਸੀ ਜੀ। ਮੈਨੂੰ ਆਸਟ੍ਰੇਲੀਆ ਜਾਣਾ ਪੈ ਗਿਆ। ਮੈਂ ਸਾਰੇ ਕਾਗਜ਼ ਫੜਾ ਕੇ ਜਿੱਦਾਂ ਹੁੰਦਾ ਗੁੱਡ ਫੇਥ ਆਈ ਗੇਵ ਇਟ ਟੂ ਕਰਨਲ ਮਹਿਲ। ਪਿੱਛੇ ਪੂਰੀ ਫਲਾਈਂਗ ਹੁੰਦੀ ਰਹੀ। ਜਦ ਮੈਂ 22 ਦਿਨਾਂ ਬਾਅਦ ਵਾਪਸ ਆਇਆ ਤੇ ਫਲਾਈਂਗ ਆਲਮੋਸਟ ਹੋ ਚੁੱਕੀ ਸੀ। ਇਹਨਾਂ ਨੇ ਜਿਹੜਾ ਮੇਰਾ ਬਕਾਇਆ ਪੈਸਾ ਜਦ ਮੈਂ ਮੰਗਣ ਗਿਆ ਤੇ ਇਹਨਾਂ ਨੇ ਮੈਨੂੰ ਸੀਐਮ ਹਾਊਸ ਵੜਨ ਤੋਂ ਮਨਾ ਕਰਤਾ। ਖੁੱਬੀ ਰਾਮ ਨੂੰ ਬੜੀਆਂ ਸਲਿੱਪਾਂ ਪਾਈਆਂ ਮੈਂ, ਤੇ ਮੈਂ ਕੈਪਟਨ ਸਾਹਿਬ ਨੂੰ ਮੇਲ ਲਿਖੀਆਂ, ਰਜਿੰਦਰ ਗੁਪਤਾ ਨੂੰ ਮੇਲ ਲਿਖੀ। ਜਦ ਮੈਂ ਇਹਨਾਂ ਨੂੰ ਮੇਲ ਲਿਖੀ ਤੇ ਇਹਨਾਂ ਨੇ ਮੇਰੇ ਉੱਪਰ ਝੂਠੇ ਕੇਸ ਕਰਤੇ। ਰਜਿੰਦਰ ਗੁਪਤਾ ਨੇ, ਟਰਾਈਡੈਂਟ ਗਰੁੱਪ ਦਾ ਜਿਹੜਾ ਹੈ, ਇਹਨੇ ਕਿਹਾ ਜੀ ਅਸੀਂ ਤਾਂ ਤੇਰੇ ਤੋਂ ਪੈਸੇ ਲੈਣੇ ਆ, ਅਸੀਂ ਤੈਨੂੰ ਦੇਣੇ ਨਹੀਂ ਹੈ। ਤੇ ਮੈਂ ਕਿਹਾ ਮੇਰੇ ਪੈਸੇ ਕੌਣ ਦੇਗਾ? ਪੈਸੇਂਜਰ ਮੈਨੀਫੈਸਟੋ ਕੈਪਟਨ ਸਾਹਿਬ ਦਾ ਨਾਂ ਹੈ, ਸਭ ਕੁਝ ਹੈ। ਅਕਤੂਬਰ ਦੇ ਵਿੱਚ ਇਹਨਾਂ ਨੂੰ ਮੈਨੂੰ ਫੇਰ ਬੁਲਾਇਆ ਉੱਥੇ ਸੀਐਮ ਹਾਊਸ ਦੇ ਵਿੱਚ, ਜਿੱਥੇ ਪ੍ਰਤਿੰਦਰ ਚਾਹਲ ਤੇ ਖੁੱਬੀ ਰਾਮ ਸੀਗੇ। ਮੇਰਾ ਇੱਕ ਫਰੈਂਡ ਵੀ ਸੀ ਭੁਪਿੰਦਰ ਸਿੰਘ ਰਾਠੌਰ, ਜਿਹੜਾ ਜੈਪੁਰ ਰਹਿੰਦਾ। ਅਸੀਂ ਦੋਨੋਂ ਗਏ ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਡਾ ਵਿਦਿਨ ਅ ਮੰਥ ਸਾਡੇ ਪੈਸੇ ਕਲੀਅਰ ਕਰ ਦਾਂਗੇ। ਉਹ 2019 ਤੇ ਅੱਜ ਦਾ ਦਿਨ ਜੀ ਇਹਨਾਂ ਨੇ ਮੈਨੂੰ ਕੋਈ ਪੈਸੇ ਨਹੀਂ ਦਿੱਤੇ। ਉੱਪਰੋਂ ਧਮਕੀਆਂ ਜਾਨ ਤੋਂ ਮਾਰਨ ਦੀਆਂ ਦੇ ਰਹੇ ਆ। ਉੱਪਰੋਂ ਇਹ ਮੇਰੇ ਤੇ ਝੂਠੇ ਕੇਸ ਰਜਿੰਦਰ ਗੁਪਤਾ ਨੇ 2 ਕੀਤੇ। ਇੱਕ ਲੁਧਿਆਣੇ ਕੀਤਾ ਫਾਈਲ, ਜਿਹੜਾ ਕਿ ਡਿਸਮਿਸ ਹੋ ਗਿਆ। ਇੱਕ ਇਹਨੇ ਹੋਰ ਬਰਨਾਲੇ ਕੀਤਾ ਹੋਇਆ। ਐਂਡ ਮੈਂ ਜੀ ਇਨਸਾਫ ਮੰਗ ਰਿਹਾ। ਮੈਂ ਚੰਡੀਗੜ੍ਹ ਪੁਲਿਸ ਇਕਨੋਮਿਕ ਅਫੈਂਸ ਵਿੰਗ 'ਚ ਫਿਰ ਕੰਪਲੇਂਟ ਕੀਤੀ ਇਹਨਾਂ ਦੀ 2020 ਦੇ ਵਿੱਚ। ਉੱਥੇ ਜਿਹੜੀ ਇਨਕੁਆਇਰੀ ਹੈ ਐਸਆਈ ਸਤਿੰਦਰ ਕੁਮਾਰ ਨੇ ਕੀਤੀ ਹੈ, ਉਹਦੇ 'ਚ ਪ੍ਰਾਈਮਾ ਫੈਸੀ ਦੇ ਹੈਵ ਬੀਨ ਫਾਊਂਡ ਗਿਲਟੀ ਰਜਿੰਦਰ ਗੁਪਤਾ ਐਨ, ਕਿ ਇਹਨਾਂ ਦੀ ਸ਼ੁਰੂ ਤੋਂ ਹੀ ਨੀਅਤ ਖਰਾਬ ਸੀ। ਇਹਨਾਂ ਨੇ ਮੈਨੂੰ ਧੋਖਾ ਦੇਣਾ ਹੀ ਸੀ। ਉਹ ਜਿਹੜੀ ਰਿਪੋਰਟ ਹੈ ਉਹਨੂੰ ਇੱਥੇ ਜਦ ਅਸੀਂ ਕੇਸ ਪਾਇਆ, ਸਾਨੂੰ 1 ਸਾਲ ਹੋ ਗਿਆ। ਜੱਜ ਸਾਹਿਬ ਨੂੰ 9 ਮਹੀਨੇ ਲੱਗ ਗਏ ਉਹ ਰਿਪੋਰਟ ਬਣਾਉਣ ਨੂੰ। ਤੇ ਉਹ ਜਦ ਅਸੀਂ ਇਹਨਾਂ ਨੂੰ ਕਿਹਾ ਜੀ ਤੁਹਾਡੇ ਕੋਲ ਸਾਰਾ ਸਬੂਤ ਹੈ, ਤੁਸੀਂ ਸਾਨੂੰ ਆਪਣਾ ਇਨਸਾਫ ਦਿਓ, ਇਹਨਾਂ ਨੇ ਫਿਰ ਇੱਕ ਫੈਸਲਾ ਸੁਣਾਓ। ਇਹਨਾਂ ਨੇ ਫਿਰ ਇੱਕ ਸੈਕਟਰ 3 ਤੋਂ ਰਿਪੋਰਟ ਮੰਗਾਈ, ਜਿਹੜੀ ਕਿ ਬਿਲਕੁਲ ਹੀ ਨਾਜਾਇਜ਼ ਹੈ। ਉਹਦੇ 'ਚ ਉਹਨਾਂ ਦਾ ਕੋਈ ਜੂਰਿਸਡਿਕਸ਼ਨ ਨਹੀਂ ਹੈ। ਤੇ ਫਿਰ ਇਹਨਾਂ ਨੇ ਜੀ ਸਾਡੀ ਜਿਹੜੀ ਫਾਈਲ ਹੈ ਉਹ ਪੰਜਾਬ ਪੁਲਿਸ ਨੂੰ ਟ੍ਰਾਂਸਫਰ ਕਰਤੀ, ਵਿਚ ਇਜ਼ ਆਲਸੋ ਇਲੀਗਲ ਬਿਕੋਜ਼ ਸਾਰੀ ਅਕਰੈਂਸਿਸ ਇਨ ਚੰਡੀਗੜ੍ਹ। ਪੰਜਾਬ ਪੁਲਿਸ ਨੇ ਹਜੇ ਤੱਕ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ। ਫਿਰ ਜਦ ਅਸੀਂ ਇਹ ਮਸਲਾ ਬਾਰ-ਬਾਰ ਜੱਜ ਸਾਹਿਬ ਦੇ ਸਾਹਮਣੇ ਲਾਏ ਤੇ 6 ਤਰੀਕ ਦੀ ਜਿਹੜੀ ਪਿਛਲੇ ਸਾਡੀ ਜਿਹੜੀ ਸੁਣਵਾਈ ਸੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਮੈਂ ਅੱਜ ਇਹਦੇ 'ਤੇ ਫੈਸਲਾ ਤੁਹਾਨੂੰ ਸੁਣਾਵਾਂਗਾ। ਤੇ ਮੈਨੂੰ ਉਮੀਦ ਹੈ ਕਿ ਜੀ ਇਹ ਫੈਸਲਾ ਸੁਣਾਉਣਗੇ। ਮੇਰੀ ਸਪੋਰਟ 'ਚ ਮੇਰੇ ਫਰੈਂਡ ਕੈਪਟਨ ਗੁਰਦੀਪ ਗੁਮਨ ਤੇ ਮਿਸਟਰ ਸਤਨਾਮ ਜੀ ਤੇ ਬਲਵੀਰ ਸਿੰਘ ਜੀ ਸਾਰੇ ਆਏ ਹੋਏ ਨੇ। ਮੇਰੇ ਨਾਲ ਜਨਤਾ ਦੀ ਸਪੋਰਟ ਹੈ। ਹੁਣੇ ਮੈਨੂੰ ਜਿੰਨਾ ਮਰਜ਼ੀ ਦਬਾਉਣ ਕੋਸ਼ਿਸ਼ ਕਰਨ, ਆਈ ਐਮ ਨਾਟ ਗੋਇੰਗ ਟੂ ਬੈਕ ਆਊਟ। ਦੈਟ ਇਜ਼ ਦ ਮੈਸੇਜ। ਕੀ ਲੱਗਦਾ ਹੈ ਕਾਫੀ ਲੰਬਾ ਸਮਾਂ 2019 ਤਾਂ 20 ਦੇ ਵਿੱਚ ਤੁਸੀਂ ਇਹ ਕੇਸ ਰਜਿਸਟਰਡ ਕਰਾਇਆ ਜਿਹੜਾ ਚੰਡੀਗੜ੍ਹ ਦੇ ਵਿੱਚ ਸੀਗਾ। ਇੰਨਾ ਲੰਮਾ ਸਮਾਂ ਫਿਰ ਤੁਸੀਂ ਸਾਹਮਣੇ ਕਿਉਂ ਨਹੀਂ ਆਏ, ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਏ ਕਿ ਗੱਲਬਾਤ ਰੱਖੀ ਜਾਵੇ? ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਹੁਣ ਹੀ ਸਾਹਮਣੇ ਕਿਉਂ ਆਏ? ਕੀ ਲੱਗਦਾ ਹੈ ਕਿ ਹੁਣ ਤੁਹਾਡੇ ਸਿਰ ਤੋਂ ਪਾਣੀ ਲੰਘ ਗਿਆ ਸੀ ਇਸ ਕਰਕੇ ਸਾਹਮਣੇ ਆਉਣਾ ਪਿਆ? ਨਹੀਂ, ਤੁਹਾਡੀ ਬਿਲਕੁਲ ਗੱਲ। ਦੇਖੀਏ, ਮੈਂ ਜਦ 2019 ਚ ਜਾਂਦਾ ਰਿਹਾ, ਮੈਨੂੰ ਇਹ ਬੜਾ ਸੀਗਾ ਕਿ ਕੈਪਟਨ ਸਾਹਿਬ ਇੱਕ ਫੌਜੀ ਹੈ। ਆਈ ਡਿਡ ਨਾਟ ਵਾਂਟ ਟੂ ਬ੍ਰਿੰਗ ਦਿਸ ਮੈਟਰ ਐਂਡ ਬ੍ਰਿੰਗ ਆਊਟ ਥੀਸ ਮੈਟਰਸ। ਮੈਂ ਬਹੁਤ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਬੇਸਿਕਲੀ ਔਨ ਰਿਗਾਰਡ ਫॉर ਦੀ ਕੈਪਟਨ। ਬਾਕੀਆਂ ਦਾ ਤਾਂ ਮੈਨੂੰ ਕੋਈ ਉਹ ਨਹੀਂ ਹੈ। ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਅਸ਼ੋਰੈਂਸ ਕਰਦੇ ਰਹੇ, ਹਾਂ ਕਰਾਂਗੇ, ਕੱਲ ਕਰਾਂਗੇ, ਕੋਈ ਕਹਿੰਦਾ ਸੀ ਮਿਲਾਵਾਂਗੇ। ਫਿਰ ਜਦ ਪਾਣੀ ਬਿਲਕੁਲ ਸਿਰ ਤੋਂ ਉੱਪਰ ਕੀ ਮੈਂ ਪਾਣੀ ਦੇ ਵਿੱਚ ਆ ਗਿਆ, ਤਦ ਮੈਂ 2020 ਚ ਪੁਲਿਸ 'ਚ ਕੰਪਲੇਂਟ ਕੀਤੀ ਜਾ ਕੇ। ਆਈ ਵੈਂਟ ਟੂ ਐਵਰੀ ਕਾਰਨਰ। ਮੈਂ ਇਹਨਾਂ ਨੂੰ ਮਿਲਣ ਬੜੀ ਵਾਰੀ ਗਿਆ ਤੇ ਸੀਐਮ ਹਾਊਸ 'ਚ, ਇਹ ਮੈਨੂੰ ਨਹੀਂ ਮਿਲੇ। ਫਿਰ ਮੈਂ ਕਿਹਾ ਜਦ ਕੋਈ ਚਾਰੇ ਨਹੀਂ ਰਹਿ ਗਿਆ, ਆਈ ਹੈਡ ਟੂ ਗੋ। ਕੋਈ ਐਗਰੀਮੈਂਟ ਹੋਇਆ ਸੀਗਾ ਕਿ ਇਸ ਤਰੀਕੇ ਨਾਲ ਪੈਸੇ ਦਿੱਤੇ ਜਾਣਗੇ, ਇਸ ਤਰੀਕੇ ਨਾਲ ਤੁਹਾਡੇ ਜਾਂ ਅਕਾਊਂਟ ਜਾਂ ਕੈਸ਼, ਕਿਸੇ ਵੀ ਤਰੀਕੇ ਦਾ ਕੋਈ ਐਗਰੀਮੈਂਟ ਸੀਗਾ ਤੁਹਾਡੇ ਕੋਲ? ਹਾਂਜੀ, ਮੇਰੇ ਕੋਲ ਐਗਰੀਮੈਂਟ ਸੀ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ। ਸਮੇਂ ਦਾ ਸੀਗਾ ਐਗਰੀਮੈਂਟ ਵੀ? ਇੰਨੇ ਸਮੇਂ ਐਗਰੀਮੈਂਟ 26 ਦਿਨਾਂ ਦਾ ਸੀਗਾ, ਜਿਹੜਾ ਮੈਂ ਇਹਨਾਂ ਨੂੰ ਦੇ ਕੇ ਚਲਾ ਗਿਆ ਸੀ। ਮੇਰੇ ਸਾਈਨ ਹੋ ਗਏ, ਇਹਨਾਂ ਨੇ ਸਾਈਨ ਉਹਦੇ ਤੇ ਕੀਤੇ ਨਹੀਂ ਗਏ। ਤੇ ਜਿਹੜਾ ਸਾਰੀ ਪੇਮੈਂਟ ਹੈ ਮੈਨੂੰ ਇਹ ਟਰਾਈਡੈਂਟ ਗਰੁੱਪ ਦੇ ਜਿਹੜੇ ਮਾਲਿਕ ਨੇ ਰਜਿੰਦਰ ਗੁਪਤਾ, ਇਹਨਾਂ ਦੀ ਕੰਪਨੀ ਟਰਾਈਡੈਂਟ ਗਰੁੱਪ ਤੋਂ ਆਇਆ, ਬਠਿੰਡਾ ਕਾਟਨ ਮਿਲਸ, ਏਸ਼ੀਅਨ ਕਾਰਪੋਰੇਸ਼ਨ, ਯੂ ਕੈਨ ਚੈੱਕ ਇਟ, ਇਹ ਸਾਰੀ ਦੀ ਕੰਪਨੀਆਂ ਨੇ। ਤੇ ਇਹਨੇ ਪੇਮੈਂਟ ਕੀਤੀ ਕਿਉਂ? ਇਹ ਕਹਿੰਦਾ ਮੈਂ ਤੇਰੇ ਤੋਂ ਪੈਸੇ ਲੈਣੇ ਹੈ ਤੇ ਮੈਂ ਕੋਈ ਇਹਦੇ ਨਾਲ ਕੋਈ ਐਗਰੀਮੈਂਟ ਕੀਤਾ, ਮੈਂ ਮੰਗਿਆ ਨਹੀਂ, ਮੈਨੂੰ ਦਿਖਾਓ ਕੋਈ ਕੰਟਰੈਕਟ ਹੈ। ਇਹ ਨਾਲੇ ਝੂਠੇ ਕੇਸ ਪਾਏ ਨੇ ਮੇਰੇ ਉੱਪਰ, ਵਿਚ ਆਈ ਥਿੰਕ ਕੈਪਟਨ ਸਾਹਿਬ ਸ਼ੁੱਡ, ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਰਜਿੰਦਰ ਗੁਪਤਾ ਕੀ ਹਰਕਤਾਂ ਕਰ ਰਹੇ। ਹੁਣ ਇਹ ਕਹਿ ਰਹੇ ਜੀ ਪੈਸਾ ਤੁਸੀਂ ਕੈਪਟਨ ਸਾਹਿਬ ਤੋਂ ਲਓ, ਉਹਨਾਂ ਨੂੰ ਵੀ ਡੰਪ ਕਰਤਾ ਰਜਿੰਦਰ ਗੁਪਤਾ ਨੇ। ਹੁਣ ਕਹਿ ਰਹੇ ਜੀ ਅਸੀਂ ਕੁਝ ਨਹੀਂ ਲੈਂਦਾ, ਕੈਪਟਨ ਸਾਹਿਬ ਤੋਂ ਲਓ। ਇਸ ਤਰ੍ਹਾਂ ਦੇ ਲੋਕ ਨੇ ਇਹ। ਕੀ ਲੱਗਦਾ ਹੈ ਕੈਪਟਨ ਸਾਹਿਬ ਨੇ ਜਦ ਪੈਸੇ ਦਿੱਤੇ ਹੋਣ, ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਪੈਸੇ ਦਿੱਤੇ ਹੋਣ ਕਿ ਤੁਹਾਡੇ ਤੱਕ ਨਾ ਪਹੁੰਚੇ ਹੋਣ, ਅਜਿਹਾ ਵੀ ਕੁਝ ਹੋ ਸਕਦਾ? 100% ਹੋ ਸਕਦਾ ਹੈ, 100% ਹੋ ਸਕਦਾ ਹੈ। ਲੇਕਿਨ ਪੇਮੈਂਟ ਤਾਂ ਰਜਿੰਦਰ ਗੁਪਤਾ ਨੇ ਕਰਨੀ ਸੀ। ਦੇਖੋ, ਇਹ ਕੈਪਟਨ ਸਾਹਿਬ ਪੈਸੇ ਦੇਣ ਜਾਂ ਪ੍ਰਤਿੰਦਰ ਸਿੰਘ ਚਾਹਲ ਦੇਵੇ ਜਾਂ ਰਜਿੰਦਰ ਗੁਪਤਾ ਦੇਵੇ ਜਾਂ ਉਹਦਾ ਮੁੰਡਾ ਦੇਵੇ, ਮੇਰਾ ਐਗਰੀਮੈਂਟ ਸੀ ਰਜਿੰਦਰ ਗੁਪਤਾ ਨਾਲ। ਉਹਨੇ ਮੈਨੂੰ ਇੰਸ਼ੋਰੈਂਸ ਕੀਤੀ ਸੀ ਵੀ ਮੈਂ ਤੁਹਾਨੂੰ ਸਾਰੇ ਪੈਸੇ ਦੇਵਾਂਗਾ। ਹੁਣ ਉਹ ਪਿੱਛੇ ਹਟ ਗਿਆ, ਕਾਰਨ ਕੁਝ ਵੀ ਹੋ ਸਕਦਾ, ਯੂ ਨੋ ਇਟ। ਉਹ ਪਹਿਲਾਂ ਵੀ ਕਿਸੇ ਗਵਰਨਮੈਂਟ 'ਚ ਮੈਂ ਸੁਣਿਆ ਇਕਨੋਮਿਕ ਪਲਾਨਿੰਗ ਦੇ ਚੇਅਰਮੈਨ ਸੀ ਤੇ ਹੁਣ ਵੀ ਹੈਗੇ ਆ ਤੇ ਇਸ ਤੋਂ ਪਹਿਲਾਂ ਵੀ ਸੀਗੇ। ਉਹ ਹਰ ਗਵਰਨਮੈਂਟ 'ਚ ਹੁੰਦੇ ਆ, ਉਹਨਾਂ ਦੀ ਕਿਹੜੀ ਕਾਬਲੀਅਤ ਉਹਨਾਂ ਨੂੰ ਹੀ ਪਤਾ ਹੋਣੀ ਹੈ, ਸਾਰੀ ਸਰਕਾਰਾਂ ਨੂੰ। ਤੁਸੀਂ ਕਿਹਨਾਂ ਦੇ ਅਗੇਂਸਟ ਜਾਓਗੇ, ਖਾਸ ਤੌਰ ਤੇ ਕੈਪਟਨ ਸਾਹਿਬ ਦੇ? ਉਹਨਾਂ ਨੇ ਸਵਾਰੀ ਕੀਤੀ ਸੀਗੀ ਜਹਾਜ਼ ਦੀ, ਜਾਂ ਫਿਰ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਵਾ ਕੇ ਦਿੱਤਾ ਸੀ ਉਹਨਾਂ ਦੇ, ਗੁਪਤਾ ਸਾਹਿਬ ਦੇ ਅਗੇਂਸਟ ਜਾਓਗੇ ਕਿ ਸਾਰਿਆਂ ਦੇ ਅਗੇਂਸਟ ਤੁਸੀਂ ਚੱਲੋਗੇ? ਨਹੀਂ, ਇਹ ਦੇਖੋ ਵਰਡ ਅਗੇਂਸਟ ਨਹੀਂ ਹੈ। ਮੈਂ ਤਾਂ ਇਹਨਾਂ ਦੇ ਸਾਰਿਆਂ ਦੇ ਉੱਪਰ ਇਹ ਜਿਹੜਾ ਇਲਜ਼ਾਮ ਹੈ ਉਹ ਇਹ ਹੈ ਕਿ ਕੈਪਟਨ ਸਾਹਿਬ ਨੇ ਝੂਠੇ ਲਏ, ਇਹਨਾਂ ਦਾ ਨਾਂ ਪੈਸਨ। ਮੈਂ ਜੇ ਰਜਿੰਦਰ ਗੁਪਤਾ ਨੇ ਪ੍ਰੋਮਿਸ ਕੀਤੀ, ਉਹਦੇ ਆਪਣੀ ਕੰਪਨੀ ਤੋਂ ਉਹਦਾ ਨਾਂ ਹੈ।
ਇਹਨਾਂ ਨੇ ਮੈਨੂੰ ਧਮਕੀਆਂ ਦਵਾਈਆਂ ਮਹਿਲ ਤੋਂ BIS ਚਹਿਲ ਤੋਂ ਜਿਹੜਾ ਅਭਿਸ਼ੇਕ ਗੁਪਤਾ ਹੈ ਇਹਨਾਂ ਨੇ ਮੈਨੂੰ ਪੈਸੇ ਦੇਣੇ ਝੂਠੇ ਕੇਸ ਮੇਰੇ ਤੇ ਪਾ ਰਿਹਾ ਹੈ ਰਜਿੰਦਰ ਗੁਪਤਾ ਸੋ ਆਈ ਵਿਲ ਗੋ ਆਫਟਰ ਆਲ ਆਫ them ਹੁਣ ਮੈਂ ਇਕੱਲਾ ਵੀ ਨਹੀਂ ਆ ਮੇਰੇ ਨਾਲ ਮੇਰੇ ਫਰੈਂਡਸ ਨੇ ਕੈਪਟਨ ਗੁਮਨ ਸਤਨਾਮ ਜੀ ਬਾਕੀ ਮੇਰੇ ਫਰੈਂਡਸ ਹੋਰ ਬੜੀ ਪਬਲਿਕ ਆ ਰਹੀ ਹੈ ਐਂਡ ਐਵਰੀਬਡੀ ਇਜ਼ ਸਪੋਰਟਿੰਗ ਮੀ ਐਂਡ ਅਸੀਂ ਹੁਣ ਰੁਕਣਾ ਨਹੀਂ ਹੈ ਜੀ ਸਤਨਾਮ ਜੀ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਪੰਜਾਬ ਕਹਿ ਰਹੇ ਨੇ ਕਿ 52 ਲੱਖ ਰੁਪਏ ਅਸੀਂ ਵਸੂਲਾਂਗੇ ਅਨਸਾਰੀ ਮਾਮਲੇ ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ 3 ਕਰੋੜ ਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਆ ਗਿਆ ਕਿ ਕੈਪਟਨ ਸਾਹਿਬ ਨੇ ਝੂਟੇ ਲੈ ਲਏ ਤਾਂ ਕੀ ਲੱਗਦਾ ਕਿ ਸਰਕਾਰ ਦਾ ਦਰਵਾਜ਼ਾ ਖੜਕਾਓਗੇ ਤੁਸੀਂ ਤਾਂ ਖਾਸ ਤੌਰ ਤੇ ਸਰਕਾਰ ਦੀ ਜਿਹੜੀ ਤਾਰੀਫ ਵੀ ਕਰਦੇ ਹੋ ਵਿਜੀਲੈਂਸ ਦੇ ਬਾਹਰ ਜਾ ਕੇ ਕੀ ਖੜਕਾਓਗੇ ਦਰਵਾਜ਼ਾ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਜੇ ਤੁਸੀਂ ਵੀ ਉਬਰ ਦੇ ਵਿੱਚ ਔਲਾ 'ਚ ਜਾਂ ਆਟੋ ਦੇ ਬੈਠਣਾ ਹੋਵੇ ਜੇ ਤੁਹਾਡੇ ਲਈ ਸਤਨਾਮ ਦਾਊ ਨੇ ਹੱਥ ਦਿੱਤਾ ਆਟੋ 'ਚ ਬਿਠਾਇਆ ਤੁਹਾਨੂੰ ਤਾਂ ਜੇ ਮੈਂ ਪੈਸੇ ਨਹੀਂ ਦਿੱਤੇ ਤਾਂ ਤੁਸੀਂ ਤਾਂ ਡਰਾਈਵਰ ਨੂੰ ਪੈਸੇ ਦੇਣੇ ਆ ਤੇ ਕੈਪਟਨ ਅਮਰਿੰਦਰ ਨੇ ਝੂਟੇ ਲਏ ਆ ਹੈਲੀਕਾਪਟਰ 'ਚ ਜਿਹੜਾ ਕਰੋੜਾਂ ਦਾ ਐਗਰੀਮੈਂਟ ਹੋਇਆ ਉਹ ਹੱਥ ਭਾਵੇਂ ਰਜਿੰਦਰ ਗੁਪਤਾ ਨੇ ਦਿੱਤਾ ਜਾ ਕੇ ਜੇ ਹੋਰ ਨੇ ਦਿੱਤਾ ਕੈਪਟਨ ਅਮਰਿੰਦਰ ਬਚ ਨਹੀਂ ਸਕਦੇ ਕੈਪਟਨ ਅਮਰਿੰਦਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਹ ਵੀ ਫੌਜੀ ਅਫਸਰ ਆ ਤੁਸੀਂ ਫੌਜੀ ਅਫਸਰ ਆ ਤੁਸੀਂ ਵੀ ਕਹਿੰਦੇ ਦੇਸ਼ ਦੀ ਰੱਖਿਆ ਕੀਤੀ ਇਹਨਾਂ ਨੇ ਵੀ ਕੀਤੀ ਹੈ ਤੁਸੀਂ ਸਿਆਸਤ ਦੇ ਵਿੱਚ ਚਲੇ ਗਏ ਆ ਕੇ ਫੌਜ ਤੋਂ ਬਾਅਦ ਇਹ ਬਿਜ਼ਨਸ ਦੇ ਵਿੱਚ ਚਲੇ ਗਏ ਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੁਸੀਂ ਕੈਪਟਨ ਸਾਹਿਬ ਨੇ ਸਵਾਰੀ ਕੀਤੀ ਹੈ ਤੇ ਤੁਹਾਡਾ ਹੱਕ ਬਣਦਾ ਤੁਹਾਡਾ ਫਰਜ਼ ਬਣਦਾ ਕਿ ਪੈਸੇ ਖੁਦ ਦਿਓ ਜਾਂ ਲੈ ਕੇ ਦਿਓ ਫਿਰ ਕਾਂਗਰਸ ਪਾਰਟੀ ਲਈ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਨੇ ਵੀ ਪੈਸੇ ਦੇਣੇ ਬਣਦੇ ਆ ਜਾਂ ਕੈਪਟਨ ਸਾਹਿਬ ਤੋਂ ਲੈ ਕੇ ਦਿਓ ਜਾਂ ਪਾਰਟੀ ਲੈ ਕੇ ਦਿਓ ਜਾਂ ਰਜਿੰਦਰ ਗੁਪਤਾ ਕੋਲ ਲੈ ਕੇ ਜਾਓ ਹੁਣ BJP ਚਲੇ ਗਏ ਹੈ ਤਾਂ ਪਬਲਿਕ ਦੇ ਨੇਤਾ ਉਹ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਰੀ ਕੀਤੀ ਸੀ ਹੁਣ BJP 'ਚ ਹੈ BJP ਦੀ ਵੀ ਬਦਨਾਮੀ ਹੋ ਰਹੀ ਹੈ ਇਹਨਾਂ ਨੂੰ ਪੈਸੇ ਦਿਓ ਇਹ ਕੋਈ ਭੀਖ ਥੋੜੀ ਮੰਗ ਰਹੇ ਆ ਔਰ ਮੈਂ ਚੰਡੀਗੜ੍ਹ ਪੁਲਿਸ ਦੀ ਗੱਲ ਕਰਦਾ ਜਦੋਂ ਨਹੀਂ ਇਹਨਾਂ ਨੂੰ ਪੈਸੇ ਮਿਲਦੇ ਚੰਡੀਗੜ੍ਹ ਪੁਲਿਸ 'ਚ ਕੰਪਲੇਂਟ ਕਰਦੇ ਆ ਇਕਨੋਮਿਕ ਅਫੈਂਸ ਵਿੰਗ ਦੇ ਇੰਸਪੈਕਟਰ ਹੈਗੇ ਆ ਉਹਨਾਂ ਦੀ ਇੱਕ ਰਿਪੋਰਟ ਹੈਗੀ ਹੈ ਮੈਂ ਪੜ੍ਹੀ ਹੈ ਰਿਪੋਰਟ ਉਹ ਸਤਿੰਦਰ ਕੁਮਾਰ ਨੇ 22/11/21 ਨੂੰ ਉਹਨੇ ਸਾਫ਼ ਤੌਰ ਤੇ ਲਿਖਿਆ ਕਿ ਹਾਂ ਦੋਸ਼ੀ ਹੈ ਤੇ ਪਰਚਾ ਦਰਜ ਹੋਣਾ ਬਣਦਾ ਫਿਰ ਚੰਡੀਗੜ੍ਹ ਪੁਲਿਸ ਕਠਪੁਤਲੀ ਬਣ ਕੇ ਬਾਅਦ ਦੇ ਵਿੱਚ ਦਬਾਅ 'ਚ ਰਿਪੋਰਟ ਬਦਲ ਗਈ ਦੂਜੀ ਵਾਰ ਤੀਜੀ ਵਾਰੀ ਫਿਰ ਜਿਹੜੀ ਰਿਪੋਰਟ ਆ ਗਧੇ ਨੂੰ ਘੋੜਾ ਬਣਾਤਾ ਉਹ ਕਹਿੰਦੇ ਨਹੀਂ ਇਹਨਾਂ ਠੱਗੀ ਨਹੀਂ ਹੋਈ ਇਹਨਾਂ ਨੇ ਉਲਟਾ ਪੈਸੇ ਦੇਣੇ ਆ ਵਪਾਰੀਆਂ ਦੇ ਸੋ ਚੰਡੀਗੜ੍ਹ ਪੁਲਿਸ ਨੂੰ ਵੀ ਮੇਰੀ ਬੇਨਤੀ ਹੈ FIR ਦੇ ਵਿੱਚ ਲਿਖਿਆ ਗਿਆ ਸੀ ਕਿ ਦਰਜ ਨਹੀਂ ਹੋਈ ਹੁਣ ਚੰਡੀਗੜ੍ਹ ਪੁਲਿਸ ਜਦੋਂ ਇਹ ਕੋਰਟ ਦੇ ਵਿੱਚ ਚਲੇ ਗਏ ਹੁਣ ਰਿਪੋਰਟਾਂ ਬਦਲ ਰਹੀ ਹੈ ਤੇ ਹੁਣ ਕਾਗਜ਼ਾਂ ਦੇ ਵਿੱਚ ਫਾਈਲਾਂ ਨੂੰ ਪਹੀਏ ਲਗਾ ਕੇ ਕਹਿੰਦੇ ਜੀ ਹੁਣ ਮੋਹਾਲੀ ਪੰਜਾਬ ਪੁਲਿਸ ਨੂੰ ਦੇ ਦਾਂਗੇ ਸਿਰਫ ਟਾਲਣ ਦੀ ਗੱਲ ਹੈ ਇਹਨੂੰ ਵਿਚਾਰਿਆਂ ਨੂੰ ਇਨਸਾਫ ਨਹੀਂ ਮਿਲਦਾ ਲਿਖੀ ਹੋਈ ਸੀ ਕਿ ਉਹ ਦੋਸ਼ੀ ਨੇ ਕਿ ਪਰਚਾ ਹੋਏਗਾ ਉਹਨਾਂ ਤੇ ਇਹ ਗੱਲ ਰਿਪੋਰਟ ਤੁਹਾਨੂੰ 22/11/2021 ਦੀ ਰਿਪੋਰਟ ਹੈ ਸਤਿੰਦਰ ਕੁਮਾਰ IO ਹੈ ਤੇ ਚੰਡੀਗੜ੍ਹ ਪੁਲਿਸ ਦੇ ਇਕਨੋਮਿਕ ਅਫੈਂਸ ਵਿੰਗ ਦੇ ਉਹਦੀ ਰਿਪੋਰਟ ਜਿਹੜੀ ਕੋਰਟ ਦੇ ਵਿੱਚ ਵੀ ਹੈਗੀ ਹੈ ਤੁਸੀਂ ਉਹਨਾਂ ਦਾ ਬਿਆਨ ਵੀ ਲੈ ਸਕਦੇ ਆ ਹਾਂ ਹੁਣ ਜਦੋਂ IO ਨੇ ਰਿਪੋਰਟ ਦੇ ਦਿੱਤੀ ਬਾਅਦ 'ਚ ਜੂਨੀਅਰ ਅਫਸਰ ਜਿਹੜਾ ਸੈਕਟਰ 3 ਥਾਣੇ ਦਾ ਹੈਗਾ ਤੀਜੀ ਰਿਪੋਰਟ ਉਹਨੇ ਹੁਣੇ ਪੇਸ਼ ਕੀਤੀ ਹੈ ਉਹਦੀ ਡੇਟ ਹੈਗੀ 8/3/2023 ਉਹਨੇ ਰਿਪੋਰਟ ਉਲਟ ਬਣਾ ਦਿੱਤੀ ਗਧੇ ਨੂੰ ਘੋੜਾ ਬਣਾਤਾ ਕਹਿੰਦਾ ਨਹੀਂ ਉਧਾਰ ਦਿੱਤੇ ਸੀ ਵਾਪਸ ਦੇ ਇਹ ਸੋ ਇੱਕ ਫੌਜੀ ਅਫਸਰ ਨੂੰ ਜਿਹਨੇ ਇਮਾਨਦਾਰੀ ਨਾਲ ਬਾਰਡਰ ਤੇ ਸਾਡੀ ਸੇਵਾ ਕੀਤੀ ਹੈ ਦੇਸ਼ ਦੀ ਤੇ ਬਾਅਦ 'ਚ ਉਹ ਬਿਜ਼ਨਸ 'ਚ ਆ ਗਏ ਤੇ ਉਹਨਾਂ ਨਾਲ ਇੱਕ ਫੌਜੀ ਦੇ ਹੈਲੀਕਾਪਟਰ ਵਰਤਨ ਜਿਹੜਾ ਮੁੱਖ ਮੰਤਰੀ ਰਿਹਾ ਪੰਜਾਬ ਦਾ ਇਹਨਾਂ ਨੂੰ ਧੋਖਾ ਹੋ ਗਿਆ ਇਹਨੂੰ ਪੈਸੇ ਦੇਣੇ ਬਣਦੇ ਆ ਸੋ ਮੈਂ ਬੇਨਤੀ ਕਰਦਾ ਕਾਂਗਰਸ ਨੂੰ ਵੀ BJP ਨੂੰ ਵੀ ਕੈਪਟਨ ਅਮਰਿੰਦਰ ਨੂੰ ਵੀ ਕਿ ਇੱਕ ਫੌਜੀ ਨਾਲ ਜੇ ਧੋਖਾ ਹੋਇਆ ਭਾਵੇਂ ਜਿਹਨੇ ਮਰਜ਼ੀ ਕੀਤਾ ਤੁਹਾਡੇ ਦੋਸਤਾਂ ਨੇ ਕੀਤਾ ਜਾਂ ਭਾਵੇਂ ਤੁਸੀਂ ਕੀਤਾ ਕਿਤੇ ਇਹ ਨਾ ਹੋਵੇ ਆਉਣ ਵਾਲੇ ਇਲੈਕਸ਼ਨ 'ਚ ਫਿਰ ਤੁਹਾਨੂੰ ਇਹਦਾ ਨਤੀਜੇ ਭੁਗਤਣੇ ਪੈਣ ਅਸੀਂ ਪਬਲਿਕ ਨੂੰ ਬੇਨਤੀ ਕਰਾਂਗੇ ਸਾਡੇ ਨਾਲ ਬਹੁਤ ਸਾਰੀ ਪਬਲਿਕ ਹੈ ਜੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ 10-10 ਰੁਪਏ ਮੰਗਣ ਲੱਗ ਪਏ ਨਾ ਤੁਹਾਡੇ ਵੋਟਾਂ ਦੇ ਵਿੱਚ ਅਸੀਂ ਪੈਸੇ ਇਹਦੇ ਪੂਰੇ ਕਰਕੇ ਤਾਂ ਵੀ ਦੇਵਾਂਗੇ ਪਰ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਕਿ ਮੇਰੇ ਦੇਸ਼ ਦੇ ਜਿਹੜੇ ਫੌਜੀ ਅਫਸਰ ਜਿਹੜੇ ਪਾਇਲਟ ਰਹੇ ਆ ਉਹਨਾਂ ਨੂੰ ਦਰ ਦੀ ਠੋਕਰਾਂ ਖਾਣੀਆਂ ਪੈ ਰਹੀਆਂ ਤੇ ਕੋਰਟ ਦੇ ਵਿੱਚ ਜਾ ਕੇ ਸਾਨੂੰ ਪੈਸੇ ਮੰਗਣੇ ਪੈ ਰਹੇ ਆ ਤੇ ਪਰਚਾ ਦਰਜ ਕਰਨ ਦੀ ਪਰਮਿਸ਼ਨ ਮੰਗਣੀ ਪੈ ਰਹੀ ਪਰਚਾ ਦਰਜ ਕਰਵਾ ਦਿਓ ਅਦਾਲਤਾਂ ਦੇ ਵਿੱਚ ਤੇ ਇਹ ਐਡੇ ਵੱਡੇ ਸਿਆਸਤਦਾਨ ਹੈ ਇਹ ਕਹਿੰਦੇ ਪੁਲਿਸ ਤਾਂ ਸਾਡੀ ਜੇਬ 'ਚ ਹੈ ਤੇ ਕਦੇ ਸਿਆਸਤਦਾਨ ਇਹ ਵੀ ਕਹਿ ਦਿੰਦੇ ਕਿ ਕੋਰਟ ਵੀ ਸਾਡੀ ਜੇਬ 'ਚ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਪਰ ਸਿਆਸਤਦਾਨ ਅਕਸਰ ਕਰਦੇ ਆ ਕਿ ਕੋਰਟ ਵੀ ਜੇਬ 'ਚ ਹੈ ਤੇ ਉਹ ਵੀ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੋੜ ਮਰੋੜਨ ਦੀ ਕੋਸ਼ਿਸ਼ ਕਰਦੇ ਆ ਮੈਂ ਇਸ ਗੱਲ 'ਚ ਵਿਸ਼ਵਾਸ ਨਹੀਂ ਕਰਦਾ ਪਰ ਇਹ ਗੱਲਾਂ ਆਮ ਚੱਲਦੀਆਂ ਫਿਲਮਾਂ 'ਚ ਵੀ ਚੱਲਦੀਆਂ ਤੇ ਪਬਲਿਕ 'ਚ ਵੀ ਚੱਲਦੀਆਂ ਅਸੀਂ ਪਬਲਿਕ ਦੇ ਤੌਰ ਤੇ ਸਾਨੂੰ ਬੁਲਾਇਆ ਨਹੀਂ ਕਿਸੇ ਨੇ ਅਸੀਂ ਆਪ ਇਹਦੇ ਨਾਲ ਖੜੇ ਆ ਤੇ ਬਹੁਤ ਸਾਰੇ NGO ਇੱਥੇ ਪਾਰਕਿੰਗ 'ਚ ਘੁੰਮ ਰਹੀਆਂ ਅਸੀਂ ਇਹਦੇ ਸਪੋਰਟ ਤੇ ਖੜੇ ਹਾਂ ਭਾਈ ਸਾਹਿਬ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਿ ਅੱਜ ਕੇਸ ਦੀ ਸੁਣਵਾਈ ਵੀ ਹੈਗੀ ਹੈ ਕਿ ਲੱਗਦਾ ਕਿ ਫੈਸਲਾ ਤੁਹਾਡੇ ਹੱਕ ਦੇ ਵਿੱਚ ਆ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਜਿਵੇਂ ਲਿਖਿਆ ਗਿਆ ਸੀ ਕਿ ਉਹ ਦੋਸ਼ੀ ਨੇ ਉਹਨਾਂ ਤੇ ਪਰਚਾ ਕੱਟਿਆ ਜਾਏਗਾ ਕਿ ਲੱਗਦਾ ਕਿ ਜਿਵੇਂ ਤੁਸੀਂ ਆਰਮੀ ਦੇ ਵਿੱਚ ਫੌਜ ਦੇ ਵਿੱਚ ਸੀਗੇ ਤਾਂ ਫੌਜ ਇਹਨਾਂ ਦੇ ਨਾਲ ਸਾਰੀ ਖੜੇਗੀ ਜਿਹੜੇ ਐਕਸ ਨੇ ਪਹਿਲੀ ਗੱਲ ਭਾਈ ਆ ਜਾਓ ਤੁਹਾਡਾ ਕੀ ਬੋਲੋ ਪਹਿਲਾ ਕੁਐਸਚਨ ਕੀ ਸੀ ਵੀ ਜਿਸ ਤਰੀਕੇ ਦੇ ਨਾਲ ਕੇਸ ਹੈ ਕੋਰਟ ਦੇ ਵਿੱਚ ਅੱਜ ਤੁਹਾਡੇ ਹੱਕ ਦੇ ਵਿੱਚ ਸੁਣਵਾਈ ਆ ਸਕਦੀ ਹੈ ਅਰੇ ਬਿਲਕੁਲ 100% ਉਮੀਦ ਹੈ ਕਿਉਂ ਨਹੀਂ ਜੁਡੀਸ਼ਰੀ ਸਾਨੂੰ ਪੂਰੀ ਉਮੀਦ ਹੈ ਬਟ ਐਟ ਦ ਸੇਮ ਟਾਈਮ ਅਫਸੋਸ ਦੀ ਗੱਲ ਹੈ ਇਹ ਸਟੇਜ ਤੇ ਗੱਲ ਪਹੁੰਚੀ ਕਿਉਂ ਇਸ ਕੰਮ ਤੇ ਇੱਥੇ ਪਹੁੰਚੇ ਕਿਉਂ ਇੱਕ ਫੌਜੀ ਜਿਹਨੇ ਸਾਰਾ ਉਹਨਾਂ ਦੱਸ ਦਿੱਤਾ ਕਿ ਵੀ ਕਿਹੜਾ ਕਾਰਗਿਲ ਕਿੱਥੇ ਸੇਵਾ ਨਹੀਂ ਕੀਤੀਆਂ ਐਂਡ ਫਿਰ ਤੁਸੀਂ ਇਹਨਾਂ ਦੀ ਆਪਣਾ ਸਰਵਿਸਿਜ਼ ਯੂਟਿਲਾਈਜ਼ ਕੀਤੀਆਂ ਠੋਕ ਕੇ ਯੂਟਿਲਾਈਜ਼ ਕੀਤੀਆਂ ਪੂਰਾ ਡਾਕੂਮੈਂਟਡ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ
ਫਿਰ ਤੁਸੀਂ ਪਾਰਟ ਪੇਮੈਂਟ ਕਰਕੇ ਫਿਰ ਤੁਸੀਂ ਫਿਰ ਜੋ ਆਪਸ ਤੁਸੀਂ ਵਿਗੜ ਗਏ ਤੇ ਤੁਸੀਂ ਇੱਧਰ ਵਿਗੜ ਗਏ। ਪਹਿਲੀ ਗੱਲ ਤਾਂ ਉਹ ਸਟੇਜ ਤੇ ਆਈ ਕਿਉਂ ਤੇ ਇਹਦੇ 'ਚ ਪੰਜਾਬੀ ਤੇ ਫਿਟੇ ਮੂੰਹ ਨਾ ਸਾਰਿਆਂ ਦਾ ਫਿਟਾ ਮੂੰਹ ਮੈਂ ਦੁਬਾਰਾ ਕਹਿ ਰਿਹਾ ਵਾਂ। ਦੈਨ ਗੱਲ ਰਹੀ ਆਪਣਾ ਉਮੀਦ ਦੀ, ਉਮੀਦ ਤਾਂ 100% ਹੈ। ਅਰੇ ਜੇ ਪਹਿਲੀ ਗੱਲ ਤਾਂ ਸਾਨੂੰ ਇੱਥੇ ਇਨਸਾਫ ਮਿਲ ਜਾਏਗਾ, ਜੇ ਨਹੀਂ ਹੈ ਦਿਸ ਇਜ਼ ਨਾਟ ਦ ਐਂਡ, ਦਿਸ ਇਜ਼ ਦ ਫੌਜ ਸਾਰੀ ਖੜੀ ਹੈ ਜਿਹੜੇ 100% ਯਾਰ ਫੌਜ ਹੁੰਦੀ ਕਿ ਵਨ ਬਲੱਡੀ ਕਾਲ। ਅੱਜ ਜੇ ਅਸੀਂ 5 ਆਏ ਆ ਨਾ ਤੇ 500 ਬਾਹਰ ਹੈ। ਵੀ ਡੋਂਟ ਨੀਡ ਟੂ ਬ੍ਰਿੰਗ ਸਾਰਿਆਂ ਨੂੰ ਥੋੜੀ ਇੱਥੇ ਲੈ ਕੇ ਆਵਾਂਗੇ। ਇੱਕ ਕਾਲ ਕਰੀ ਜੇ ਲੋੜ ਪਈ 5000 ਜਿੰਨਾ ਆਪਾਂ ਇਕੱਠਾ ਕਰ ਲਾਂਗੇ। 5 ਲੱਖ ਤੇ ਪੰਜਾਬ ਦੇ ਵਿੱਚ ਹੈ। ਫੌਜੀਆਂ ਦੀ ਤਾਂ ਵਨ ਕਾਲ, ਜੇ ਅੱਜ ਦੇ ਸਭ ਮੁਲਕ ਬਚਿਆ ਨਾ ਕਿਹਦੇ ਸਿਰ ਤੇ ਬਚਿਆ? ਫੌਜੀਆਂ ਦੇ, ਕਿ ਵਨ ਆਰਡਰ ਐਵਰੀਬਾਡੀ ਔਨ ਦਾ ਕਿੰਨੇ ਦਾ ਫਾਲ ਇੰਡੀਆ। ਤੇ ਇਹ ਤੇ ਇਨਸਾਫ ਜਿਹੜਾ ਇਹਨਾਂ ਨੇ ਬੇਇਨਸਾਫੀ ਕੀਤੀ ਹੈ, ਇਹਦਾ ਇਨਸਾਫ ਅਸੀਂ ਲੈ ਕੇ ਰਹਿਣਾ। ਐਂਡ ਇਨਸੀਡੈਂਟਲੀ ਮੈਂ ਤੁਹਾਨੂੰ ਆਪਣਾ ਵੀ ਦੱਸ ਦਿਆਂ ਕਿ ਮੈਂ ਆਪਣਾ ਐਡੀਸ਼ਨਲ ਜਨਰਲ ਸੈਕਟਰੀ ਹਾਂ। ਮੈਂ ਪੰਜਾਬੀ ਮੰਚ, ਤੁਸੀਂ ਜਾਣਦੇ ਹੋਵੋਗੇ, ਉੱਥੇ ਆਪਣੇ ਡੀਐਸਪੀ ਬਲਵਿੰਦਰ ਸਿੱਖੋਂ 5 ਸਾਲ ਅਸੀਂ ਲੜ ਕੇ ਡਰੱਗਸ ਦੇ ਲਿਫਾਫੇ ਖੁਲਾ ਲਏ। 4 ਸਾਲ ਇਹਨਾਂ ਨੇ ਸਾਡੇ ਭਰਾ ਦੇ ਲਾਤੇ। ਕੋਈ ਗੱਲ ਬਣਦੀ ਹੈ? ਅਰੇ ਬੜੀ ਸਿੰਪਲ ਥਿੰਗ, ਵਾਟ ਇਜ਼ ਦਾ ਅਮਾਊਂਟ? 3 ਕਰੋੜ। ਤੁਸੀਂ ਕਿੰਨੀਆਂ ਆਯਾਸ਼ੀਆਂ ਕਰਦੇ ਰਹੇ ਹੋ। ਜੇ ਮੈਂ ਫਿਲਮੀ ਡਾਇਲੌਗ ਮਾਰਾ ਤੇਰੇ ਤੇ ਕੀਤਾ ਭਰੋਸਾ, ਤੂੰ ਲਾਇਆ ਰੁਸਾ, ਤੇ ਵਾਟ ਵਰ ਯੂ ਡੂਇੰਗ ਓਵਰ ਦੇਅਰ? ਹੈ ਕਿੰਨੇ ਤੂੰ ਅਰਬਾਂ ਉਡਾਤੇ। ਐਂਡ ਚਲੋ ਜੇ ਤੁਸੀਂ ਕਹਿੰਦੇ ਮੈਂ ਡਾਇਰੈਕਟਲੀ ਇਨਵੋਲਵ ਨਾ, ਬਈ ਤੇਰੀ ਇੱਜ਼ਤ ਇਨਵੋਲਵਡ ਹੈ। ਦੁਨੀਆ 'ਚ 2-4 ਚੀਜ਼ਾਂ ਨੇ ਇੱਕ ਵਾਰੀ ਚਲੇ ਜਾਣ ਵਾਪਸ ਨਹੀਂ ਆਉਂਦੀਆਂ, ਇੱਜ਼ਤ ਸਭ ਤੋਂ ਉੱਤੇ ਵੇ। ਤੇ ਕੈਪਟਨ ਸਾਹਿਬ ਤੁਹਾਨੂੰ ਹੱਥ ਜੋੜ ਕੇ ਇਹ ਵੀ ਆਪਣਾ ਬੇਨਤੀ ਵੀ ਕਰੋ, ਨਹੀਂ ਤਾਂ ਵੀ ਆਰ ਨਾਟ ਗੋਇੰਗ ਟੂ ਬੈਕ ਆਫ ਹਿਅਰ। ਦਿਸ ਇਜ਼ ਦ ਬਿਗਨਿੰਗ ਐਂਡ ਫਾਈਟ ਵਿਲ ਗੋ ਔਨ ਟਿਲ ਵੀ ਗੈਟ ਦ ਜਸਟਿਸ। ਕੋਈ ਸ਼ੱਕ ਸ਼ੁਬਾ ਨਾ ਰਹੇ, ਕੋਈ ਇਹਦੇ 'ਚ ਉਹਨਾਂ ਨੂੰ ਸੋਚ ਨਹੀਂ ਪੈਣਾ ਕਿ ਭਾਵੇਂ ਜਿੰਨੇ ਮਰਜ਼ੀ ਉਹਨਾਂ ਦੇ ਨਾਂ ਨੇ, ਉਹ 4 ਨਾਂ ਨੇ ਨਾ, ਤਾਂ ਦੈਨ ਫਿਰ ਪਬਲਿਕ ਦੇ ਅੱਗੇ ਕੁਝ ਨਹੀਂ ਚੱਲਦੀ। ਅਰੇ ਜੇ ਕਿਸਾਨ ਅੰਦੋਲਨ 'ਚ 1.5 ਸਾਲ 'ਚ 730 ਜਾਨਾਂ ਦੇ ਕੇ ਅਸੀਂ ਮੋਦੀ ਸਾਹਿਬ ਨੇ ਸੌਰੀ ਹੈ ਸੀ ਵਾਪਸ ਗਏ ਸੀ, ਤੇ ਵਾਈ ਵੋਂਟ ਦੇ? ਤੇ ਕੋਈ ਹੋਰ ਮੇਰੀ ਐਡਵਾਈਸ ਇਹਨਾਂ ਨੂੰ, ਪੰਜਾਬੀ ਕਹਾਵਤ ਹੈ ਕਿ ਗੰਡਿਆਂ ਦੇ ਬਾਅਦ ਕੀ ਤੁਹਾਡੀ ਉਮਰ ਵੱਡੀ ਮੈਂ ਛੱਡ ਦੇਣਾ, ਤੇ ਗੰਡੇ ਖਾ ਕੇ ਦੂਜੇ ਵੀ ਨਾ ਖਾਇਓ ਜੇ। ਤੇ ਕਾਈਂਡਲੀ ਸੈਟਲ ਦਾ ਅਮਾਊਂਟ ਐਂਡ ਬੀ ਹੈਪੀ। ਤੁਸੀਂ ਆਪਣੇ ਰਾਹ ਜਾਓ, ਅਸੀਂ ਆਪਣਾ ਕੰਮ ਕਰੀਏ ਬਾਈ। ਕਿ ਕੋਈ ਉਮਰ ਰਹਿ ਗਈ ਸਾਡੇ ਇਹਨੇ ਕਰਨ ਤੋਂ ਬਾਅਦ ਸਾਲੇ ਇੱਥੇ ਬੈਠੇ ਹਾਂ ਤੇ ਕਵਾਏ ਸਾਨੂੰ ਲੋੜ ਕਿਤੇ ਕਰਾਉਣ ਦੀ? ਅਸੀਂ ਆਏ ਹਾਂ, ਤੁਸੀਂ ਆਏ ਹੋ, ਵਾਟ ਨੌਨਸੈਂਸ ਮੈਨ। ਇਟ ਇਜ਼ ਨਾਟ ਬੀਂਗ ਟੋਲਰੇਟ, ਵਿਲ ਨਾਟ ਬੀ ਟੋਲਰੇਟਡ। ਕ੍ਰਿਸਟਲ ਕਲੀਅਰ ਹੈ, ਕ੍ਰਿਸਟਲ ਕਲੀਅਰ ਮੈਸੇਜ ਫਰਮ ਦ ਫੋਰਸਿਸ ਹੈ। ਧੰਨਵਾਦ ਜੀ। ਤਾਂ ਅਨਿਲ ਰਾਜ ਜੀ ਤਾਂ ਉਹਨਾਂ ਦੇ ਸਹਿਯੋਗੀ ਕੋਰਟ ਦੇ ਬਾਹਰ ਪਹੁੰਚੇ ਹੋਏ ਨੇ। ਖਾਸ ਤੌਰ ਤੇ ਇਹੀ ਜਿਹੜੀ ਆ ਉਮੀਦ ਕੀਤੀ ਜਾ ਰਹੀ ਹੈ ਕਿ 3 ਕਰੋੜ ਰੁਪਇਆ ਕੈਪਟਨ ਸਾਹਿਬ ਨੇ ਸਵਾਰੀ ਕੀਤੀ ਜਹਾਜ਼ ਦੀ, ਤਾਂ ਜਿਹੜੇ ਨੇ ਗੁਪਤਾ ਸਾਹਿਬ ਉਹਨਾਂ ਨੇ ਸਾਰਾ ਕੁਝ ਕੀਤਾ। ਇਹਨਾਂ ਦਾ ਸਾਫ਼ ਤੌਰ ਤੇ ਸਿੱਧੇ ਸੌਖੇ ਸ਼ਬਦਾਂ ਦੇ ਵਿੱਚ ਕਹਿਣਾ ਹੈ ਕਿ ਆਟੋ ਨੂੰ ਹੱਥ ਦਿੱਤਾ ਤਾਂ ਬੈਠਣ ਵਾਲੇ ਕੈਪਟਨ ਸਾਹਿਬ ਸੀਗੇ, ਤਾਂ ਉਹਨਾਂ ਨੂੰ ਪੈਸੇ ਦੇਣੇ ਪੈਣਗੇ। 3 ਕਰੋੜ ਰੁਪਏ ਦਾ ਮਾਮਲਾ ਜਿਹੜਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ। ਤਾਂ ਲੀਜ਼ ਦੇ ਉੱਤੇ ਪਹਿਲਾਂ ਹੀ ਉਹਨਾਂ ਨੇ ਜਹਾਜ਼ ਲੈਤੇ ਹੋਏ ਸੀਗੇ, ਤਾਂ ਹੁਣ ਕੰਪਨੀ ਨੂੰ ਸਾਰੇ ਪੇ ਕਰ ਦਿੱਤੇ ਨੇ, ਪਰ ਆਪ ਆਪਣੀ ਪੇਮੈਂਟ ਲਈ ਧੱਕੇ ਖਾ ਰਹੇ ਨੇ। ਅਜਿਹਾ ਕਿਹਾ ਗਿਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਰਹਿੰਦੀ ਹੈ ਇਸ ਵੀਡੀਓ ਤੋਂ ਬਾਅਦ, ਕੈਪਟਨ ਸਾਹਿਬ ਕੀ ਕਹਿੰਦੇ ਨੇ, ਇਹ ਵੀ ਦੇਖਣਾ ਹੋਏਗਾ। ਅਸੀਂ ਵੀ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਹੋਵੇ, ਉਹਨਾਂ ਦਾ ਪੱਖ ਜਾਣੀਏ ਕਿ ਅਸਲ ਦੇ ਵਿੱਚ ਮਸਲਾ ਕੀ ਹੈ। ਵਿਚਾਰ ਜੂ ਸਾਂਝੇ ਕਰੋ। ਕੈਮਰੇ ਸਹਿਯੋਗ ਦੇ ਸੀ ਸ਼ਿਵਾ। ਧੰਨਵਾਦ।